ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਬਰਨ ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਵੇਚੀ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਅਮਰੀਕਾ ਦੇ ਰਾਸ਼ਟਰਪਤੀ ਬਾਈਡਨ ਨੇ ਭਾਰਤ ਵਿੱਚ ਹੋਏ ਰੇਲ ਹਾਦਸੇ ਤੇ ਪ੍ਰਗਟਾਇਆ ਦੁੱਖ, ਪੀੜਤਾਂ ਲਈ ਕੀਤੀ ਪ੍ਰਾਰਥਨਾ। ਪਿਛਲੇ ਦਿਨੀ ਸਵੇਰੇ ਸਟੇਜ ਤੇ ਡਿੱਗੇ ਦੁਪਹਿਰ ਨੂੰ ਹੈਲੀਕਾਪਟਰ ਦੇ ਦਰਵਾਜ਼ੇ ਨਾਲ ਟਕਰਾਇਆ ਅਮਰੀਕੀ ਰਾਸ਼ਟਰਪਤੀ ਬਾਈਡਨ ਦਾ ਸਿਰ, ਵਾਇਰਲ ਹੋਈ ਵੀਡੀਓ। ਭਾਰਤੀ ਅਮਰੀਕੀ ਅਜੇ ਬੰਗਾ ਨੇ ਵਿਸ਼ਵ ਬੈਂਕ ਦੇ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ। ਕੈਲਗਰੀ ਵਿੱਚ ਪੰਜਾਬੀ ਮੂਲ ਦੇ ਪਿਓ ਪੁੱਤ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਗ੍ਰਿਫਤਾਰ। ਕੈਲੀਫੋਰਨੀਆ ਵਿੱਚ ਬਿਨਾਂ ਹੈਲਮਟ ਬਾਈਕ ਚਲਾ ਸਕਣਗੇ ਸਿੱਖ, ਸੈਨੇਟ ਵਿੱਚ ਬਿੱਲ ਪਾਸ। ਅਮਰੀਕਾ ਦੇ ਇੱਕ ਸੂਬੇ ਤੋਂ ਟਰਾਂਸਜੈਂਡਰਸ ਦੇ ਲਈ ਬੁਰੀ ਖਬਰ, ਡਾਕਟਰੀ ਇਲਾਜ ਤੇ ਲੱਗੀ ਪਾਬੰਦੀ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ, ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਉਹ ਭਾਰਤ ਵਿੱਚ ਭਿਆਨਕ ਰੇਲ ਹਾਦਸੇ ਦੀ ਖਬਰ ਤੋਂ ਬਹੁਤ ਦੁਖੀ ਨੇ। ਓਡੀਸ਼ਾ ਦੇ ਬਲਾਸੌਰ 'ਚ ਸ਼ੁੱਕਰਵਾਰ ਨੂੰ ਹੋਏ ਰੇਲ ਹਾਦਸੇ ਵਿੱਚ 288 ਯਾਤਰੀਆਂ ਦੀ ਮੌਤ ਹੋ ਗਈ ਅਤੇ 1100 ਤੋਂ ਜ਼ਿਆਦਾ ਜ਼ਖਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ 12841 ਸ਼ਾਲੀਮਾਰ ਚੇਨਈ ਕੇਂਦਰੀ ਕੋਰਾਮੰਡਲ ਐਕਸਪ੍ਰੈਸ 12864 ਬੈਂਗਲੁਰੂ ਹਾਵੜਾ ਐਕਸਪ੍ਰੈਸ ਰੇਲ ਗੱਡੀ ਬਲਾਸੌਰ ਜ਼ਿਲ੍ਹੇ ਵਿੱਚ ਇੱਕ ਮਾਲ ਗੱਡੀ ਨਾਲ ਪਟੜੀ ਤੋਂ ਉਤਰ ਗਈ ਅਤੇ ਟਕਰਾ ਗਈ। ਬਾਈਡਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੈਂ ਅਤੇ ਜਿਲ ਬਾਈਡਨ ਭਾਰਤ ਵਿੱਚ ਭਿਆਨਕ ਰੇਲ ਹਾਦਸੇ ਦੀ ਦੁਖਦਾਈ ਖਬਰ ਤੋਂ ਦੁਖੀ ਹਾਂ। ਸਾਡੇ ਵਿਚਾਰ ਉਹਨਾਂ ਲੋਕਾਂ ਦੇ ਨਾਲ ਨੇ ਜੋ ਇਸ ਭਿਆਨਕ ਘਟਨਾ ਵਿੱਚ ਜ਼ਖਮੀ ਹੋਏ ਅਤੇ ਆਪਣੇ ਪਿਆਰਿਆਂ ਨੂੰ ਗੁਆ ਚੁੱਕੇ ਨੇ। ਉਹਨਾਂ ਨੇ ਕਿਹਾ ਕਿ ਅਮਰੀਕਾ ਤੇ ਭਾਰਤ ਦੇ ਡੂੰਘੇ ਪਰਿਵਾਰਕ ਅਤੇ ਸੱਭਿਆਚਾਰਕ ਸੰਬੰਧ ਨੇ ਜੋ ਦੋਵੇਂ ਦੇਸ਼ਾਂ ਨੂੰ ਇਕਜੁੱਟ ਕਰਦੇ ਨੇ। ਅਮਰੀਕਾ ਭਰ ਦੇ ਲੋਕ ਭਾਰਤੀਆਂ ਨਾਲ ਇਸ ਦੁੱਖ ਨੂੰ ਸਾਂਝਾ ਕਰਦੇ ਨੇ। ਭਾਰਤ ਵਿੱਚ ਰੇਲਵੇ ਨੇ ਮ੍ਰਿਤਕ ਦੇ ਵਾਰਸਾਂ ਨੂੰ 10 ਲੱਖ ਰੁਪਏ, ਗੰਭੀਰ ਜ਼ਖਮੀਆਂ ਨੂੰ 2 ਲੱਖ ਰੁਪਏ ਅਤੇ ਹੋਰ ਜ਼ਖਮੀਆਂ ਨੂੰ 50,000 ਰੁਪਏ ਦੀ ਐਕਸ ਗ੍ਰੇਸ਼ੀਆ ਦਾਨ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਓਡੀਸ਼ਾ ਪਹੁੰਚੇ। ਇਸ ਦੌਰਾਨ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਵੀ ਮੌਜੂਦ ਰਹੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਿਆਨਕ ਰੇਲ ਹਾਦਸੇ ਤੋਂ ਬਾਅਦ ਬਚਾਅ ਕਾਰਜਾਂ ਵਿੱਚ ਲੱਗੇ ਕਰਮਚਾਰੀਆਂ ਦੇ ਕੰਮ ਦੀ ਸ਼ਲਾਘਾ ਕੀਤੀ। ਲੋਕਾਂ ਦੀ ਹਿੰਮਤ ਤੇ ਦਇਆ ਦੀ ਵੀ ਸ਼ਲਾਘਾ ਕੀਤੀ। ਇੱਕ ਟਵੀਟ ਵਿੱਚ ਪੀਐਮ ਮੋਦੀ ਨੇ ਵਿਸ਼ਵ ਨੇਤਾਵਾਂ ਦੇ ਉਹਨਾਂ ਦੇ ਸ਼ੋਕ ਸੰਦੇਸ਼ਾਂ ਲਈ ਧੰਨਵਾਦ ਕੀਤਾ। ਉਹਨਾਂ ਨੇ ਲਿਖਿਆ ਕਿ ਮੈਂ ਉੜੀਸਾ ਵਿੱਚ ਰੇਲ ਹਾਦਸੇ ਤੇ ਵਿਸ਼ਵ ਨੇਤਾਵਾਂ ਦੇ ਸ਼ੋਕ ਸੰਦੇਸ਼ਾਂ ਤੋਂ ਬਹੁਤ ਪ੍ਰਭਾਵਿਤ ਹਾਂ। ਉਹਨਾਂ ਦੀ ਸੰਵੇਦਨਾ ਪੀੜਤ ਪਰਿਵਾਰਾਂ ਨੂੰ ਬਲ ਬਖਸ਼ੇਗੀ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਪਿਛਲੇ ਦਿਨੀ ਸਟੇਜ ਤੇ ਠੋਕਰ ਖਾ ਕੇ ਡਿੱਗਣ ਤੋਂ 1 ਘੰਟੇ ਬਾਅਦ ਇੱਕ ਹੋਰ ਹਾਦਸੇ ਦਾ ਸ਼ਿਕਾਰ ਹੋਏ ਸਨ। ਜਹਾਜ਼ ਤੋਂ ਉਤਰਦੇ ਸਮੇਂ ਉਹਨਾਂ ਦਾ ਸਿਰ ਦਰਵਾਜ਼ੇ ਨਾਲ ਟਕਰਾ ਗਿਆ। ਹਾਲਾਂਕਿ ਦਰਵਾਜ਼ੇ ਨਾਲ ਸਿਰ ਵੱਜਣ ਤੋਂ ਬਾਅਦ ਉਹਨਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ। ਲੋਕ ਉਹਨਾਂ ਦੀ ਸਿਹਤ ਅਤੇ ਵੱਧਦੀ ਉਮਰ ਨੂੰ ਲੈ ਕੇ ਚਿੰਤਾ ਵੀ ਪ੍ਰਗਟ ਕਰ ਰਹੇ ਨੇ। ਅਮਰੀਕੀ ਰਾਸ਼ਟਰਪਤੀ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ। ਦਰਅਸਲ ਇਸ ਘਟਨਾ ਨੂੰ ਵਾਈਟ ਹਾਊਸ ਤੇ ਸਾਊਥ ਲੌਨ ਵਿੱਚ ਬਾਈਡਨ ਦਾ ਇੰਤਜ਼ਾਰ ਕਰ ਰਹੇ ਪੱਤਰਕਾਰਾਂ ਨੇ ਲਾਈਵ ਦੇਖਿਆ। ਫੌਕਸ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਰਾਸ਼ਟਰਪਤੀ ਨਾਲ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਆਪਣੇ ਹੈਲੀਕਾਪਟਰ ਤੋਂ ਉਤਰ ਰਹੇ ਸੀ। ਹਾਲਾਂਕਿ ਵਾਇਰਲ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਸ ਹਾਦਸੇ ਦੇ ਵਿੱਚ ਉਹਨਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ। ਉਹ ਆਰਾਮ ਨਾਲ ਜਹਾਜ਼ ਤੋਂ ਉਤਰ ਰਹੇ ਨੇ। ਇਸ ਘਟਨਾ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਟੇਜ ਤੇ ਰੱਖੇ ਰੇਤ ਦੇ ਥੈਲੇ ਕਾਰਨ ਉਹਨਾਂ ਦਾ ਬੈਲੈਂਸ ਵਿਗੜਿਆ ਸੀ। ਇਸ ਵਿਸ਼ੇ ਤੇ ਕੋਈ ਸਵਾਲ ਨਾ ਕਰੋ। ਜ਼ਿਕਰਯੋਗ ਹੈ ਕਿ ਇਸ ਤੋਂ ਕੁਝ ਘੰਟੇ ਪਹਿਲਾਂ ਵੀਰਵਾਰ ਨੂੰ ਬਾਈਡਨ ਅਮਰੀਕੀ 에ਅਰ ਫੋਰਸ ਅਕੈਡਮੀ ਦੇ ਗ੍ਰੈਜੂਏਸ਼ਨ ਸਮਾਰੋਹ ਦੇ ਵਿੱਚ ਸ਼ਾਮਲ ਹੋਣ ਦੇ ਲਈ ਕੋਲੋਰਾਡੋ ਪਹੁੰਚੇ। ਉੱਥੇ ਉਹ ਸਟੇਜ ਤੇ ਬੈਲੈਂਸ ਵਿਗੜਨ ਕਾਰਨ ਡਿੱਗ ਗਏ। ਘਟਨਾ ਬਾਰੇ ਵਾਈਟ ਹਾਊਸ ਨੇ ਪਿਛਲੇ ਦਿਨੀ ਬਿਆਨ ਜਾਰੀ ਕਰਕੇ ਕਿਹਾ ਵੀ ਸੀ ਕਿ ਉਹ ਬਿਲਕੁਲ ਠੀਕ ਨੇ। ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸੱਟ ਨਹੀਂ ਲੱਗੀ। ਬਾਈਡਨ ਦੇ ਸਟੇਜ ਤੇ ਡਿੱਗਣ ਵਾਲੇ ਵੀਡੀਓ 'ਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਬਾਈਡਨ ਦੇ ਕੋਲ ਖੜੇ ਅਧਿਕਾਰੀਆਂ ਨੇ ਤੁਰੰਤ ਉਹਨਾਂ ਨੂੰ ਕਿਵੇਂ ਸੰਭਾਲਿਆ ਅਤੇ ਵਾਪਸ ਖੜੇ ਹੋਣ ਵਿੱਚ ਮਦਦ ਕੀਤੀ। ਇਸ ਤੋਂ ਬਾਅਦ ਬਾਈਡਨ ਬਿਨਾਂ ਕਿਸੇ ਸਹਾਰੇ ਤੋਂ ਚੱਲਦੇ ਨਜ਼ਰ ਆਏ। ਇਸ ਤੋਂ ਬਾਅਦ ਉਹਨਾਂ ਨੇ ਬਾਕੀ ਦੇ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਅਤੇ ਖੜੇ ਹੋ ਕੇ ਲੋਕਾਂ ਦਾ ਸਵਾਗਤ ਕੀਤਾ। ਭਾਰਤੀ ਅਮਰੀਕੀ ਅਜੇ ਬੰਗਾ ਨੇ ਸ਼ੁੱਕਰਵਾਰ ਨੂੰ ਵਿਸ਼ਵ ਬੈਂਕ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ। ਇਸ ਦੇ ਨਾਲ ਹੀ ਉਹ 2 ਗਲੋਬਲ ਵਿੱਤੀ ਸੰਸਥਾਵਾਂ ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ ਦੇ ਮੁਖੀ ਬਣਨ ਵਾਲੇ ਪਹਿਲੇ ਗੈਰ ਗੋਰੇ ਵਿਅਕਤੀ ਬਣ ਗਏ। 3 ਮਈ ਨੂੰ ਵਿਸ਼ਵ ਬੈਂਕ ਦੇ ਕਾਰਜਕਾਰੀ ਨਿਰਦੇਸ਼ਕਾਂ ਨੇ
ਬੰਗਾ ਨੂੰ ਵਿਸ਼ਵ ਬੈਂਕ ਦਾ 14ਵਾਂ ਪ੍ਰਧਾਨ ਚੁਣਿਆ ਸੀ। ਉਹਨਾਂ ਦਾ ਕਾਰਜਕਾਲ 5 ਸਾਲ ਦਾ ਹੋਏਗਾ। ਰਾਸ਼ਟਰਪਤੀ ਜੋ ਬਾਈਡਨ ਨੇ ਫਰਵਰੀ ਵਿੱਚ ਘੋਸ਼ਣਾ ਕੀਤੀ ਸੀ ਕਿ ਵਿਸ਼ਵ ਬੈਂਕ ਦੇ ਪ੍ਰਧਾਨ ਦੇ ਲਈ ਅਮਰੀਕਾ ਬੰਗਾ ਨੂੰ ਨਾਮਜ਼ਦ ਕਰੇਗਾ। ਵਿਸ਼ਵ ਬੈਂਕ ਨੇ ਸ਼ੁੱਕਰਵਾਰ ਨੂੰ ਬੰਗਾ ਦੀ ਹੈੱਡਕੁਆਰਟਰ ਦੇ ਵਿੱਚ ਦਾਖਲ ਹੁੰਦੇ ਹੀ ਫੋਟੋ ਪੋਸਟ ਕਰਦੇ ਹੋਏ ਟਵੀਟ ਕੀਤਾ, ਸਾਡੇ ਨਾਲ ਮਿਲ ਕੇ ਵਿਸ਼ਵ ਬੈਂਕ ਸਮੂਹ ਦੇ ਨਵੇਂ ਪ੍ਰਧਾਨ ਵਜੋਂ ਅਜੇ ਬੰਗਾ ਦਾ ਸਵਾਗਤ ਕਰੋ। ਅਸੀਂ ਗਰੀਬੀ ਤੋਂ ਮੁਕਤ ਸੰਸਾਰ ਬਣਾਉਣ ਦੇ ਲਈ ਵਚਨਬੱਧ ਹਾਂ। IMF ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟਾਲੀਨਾ ਜ਼ਾਰਜ਼ੀਵਾ ਨੇ ਟਵੀਟ ਕੀਤਾ, ਮੈਂ ਅਜੇ ਬੰਗਾ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ ਕਿਉਂਕਿ ਅੱਜ ਵਿਸ਼ਵ ਬੈਂਕ ਦੇ ਪ੍ਰਧਾਨ ਵਜੋਂ ਆਪਣੀ ਨਵੀਂ ਭੂਮਿਕਾ ਸੰਭਾਲ ਰਹੇ ਨੇ। ਮੈਂ ਚੰਗਾ ਕੰਮ ਕਰਨ ਅਤੇ ਲੋੜਵੰਦਾਂ ਦੀ ਮਦਦ ਕਰਨ ਦੇ ਲਈ ਸਾਡੀਆਂ ਸੰਸਥਾਵਾਂ ਵਿਚਕਾਰ ਡੂੰਘੀ ਭਾਈਵਾਲੀ ਨੂੰ ਜਾਰੀ ਰੱਖਣ ਦੀ ਉਮੀਦ ਕਰਦੀ ਹਾਂ। ਬੰਗਾ ਵਿਸ਼ਵ ਬੈਂਕ ਦੀ ਪ੍ਰਧਾਨਗੀ ਕਰਨ ਵਾਲੇ ਪਹਿਲੇ ਭਾਰਤੀ ਅਮਰੀਕੀ ਨੇ। ਉਹ ਡੇਵਿਡ ਮਾਲਪਾਸ ਦੀ ਥਾਂ ਲੈ ਆਏ ਨੇ ਜਿਨ੍ਹਾਂ ਨੇ ਫਰਵਰੀ ਵਿੱਚ ਅਸਤੀਫਾ ਦੇਣ ਦਾ ਫੈਸਲਾ ਕੀਤਾ ਸੀ। ਬੰਗਾ ਇਸ ਤੋਂ ਪਹਿਲਾਂ ਜਰਨਲ ਐਟਲਾਂਟਿਕ ਦੇ ਵਾਈਸ ਚੇਅਰਮੈਨ ਸਨ। ਇਸ ਤੋਂ ਪਹਿਲਾਂ ਉਹ ਗਲੋਬਲ ਸਮੂਹ ਮਾਸਟਰਕਾਰਡ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸਨ। ਕੈਲਗਰੀ ਵਿੱਚ ਦੋ ਪੰਜਾਬੀ ਮੂਲ ਦੇ ਵਿਅਕਤੀਆਂ ਜੋ ਕਿ ਰਿਸ਼ਤੇ ਵਿੱਚ ਬਾਪ ਅਤੇ ਪੁੱਤਰ ਲੱਗਦੇ ਨੇ ਨੂੰ ਵੱਖ-ਵੱਖ ਦੋਸ਼ਾਂ ਵਿੱਚ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਗਿਆ। ਕੈਲਗਰੀ ਪੁਲਿਸ ਦੇ ਮੁਤਾਬਕ ਸੁਮਰੀਤ ਵਾਲੀਆ 24 ਉੱਪਰ ਲੜਕੀਆਂ ਨੂੰ ਨਸ਼ੀਲੇ ਪਦਾਰਥ ਦੇ ਕੇ ਉਹਨਾਂ ਦਾ ਜਿਨਸੀ ਸ਼ੋਸ਼ਣ ਅਤੇ ਉਹਨਾਂ ਤੇ ਹਮਲਾ ਕਰਨ ਦੇ ਦੋਸ਼ ਲੱਗੇ ਨੇ। ਇਸ ਦੇ ਪਿਤਾ ਗੁਰਪ੍ਰਤਾਪ ਸਿੰਘ ਵਾਲੀਆ ਤੇ ਵੀ ਜਿਨਸੀ ਸ਼ੋਸ਼ਣ ਦੇ 4 ਮਾਮਲੇ ਦਰਜ ਕੀਤੇ ਗਏ ਨੇ। ਇਸ ਤੇ ਇੱਕ ਨਾਬਾਲਗ ਨਾਲ ਜਿਨਸੀ ਛੇੜਛਾੜ, ਤੰਬਾਕੂ ਵੇਚਣ ਦੇ ਦੋਸ਼ ਲੱਗੇ ਨੇ। ਇਹਨਾਂ ਦੋਵਾਂ ਦੇ ਘਰ ਦੀ ਤਲਾਸ਼ੀ ਦੌਰਾਨ ਪੁਲਿਸ ਨੇ 7 ਹੈਂਡਗਨ ਅਤੇ 975 ਗ੍ਰਾਮ ਕੋਕੀਨ ਵੀ ਜ਼ਬਤ ਕੀਤੀ ਹੈ, ਜਿਸ ਦੀ ਬਾਜ਼ਾਰੀ ਕੀਮਤ $97,500 ਦੱਸੀ ਗਈ ਹੈ। ਇਹਨਾਂ ਤੇ 2 ਕਾਰੋਬਾਰਾਂ ਦੀ ਤਲਾਸ਼ੀ ਲਈ ਗਈ। ਬੱਚਿਆਂ ਦੀ ਪੋਰਨੋਗ੍ਰਾਫੀ, ਨਸ਼ੀਲੇ ਪਦਾਰਥ, ਵੈਬ ਕਾਰਤੂਸ ਅਤੇ ਟੁੱਟੇ ਹੋਏ ਡੰਡੇ ਅਤੇ ਕੰਪਿਊਟਰ ਜ਼ਬਤ ਕੀਤੇ ਗਏ। ਇੱਕ 13 ਸਾਲਾ ਲੜਕੀ ਜੋ ਕਿ ਗੁੰਮ ਹੋਈ ਸੀ, ਜਦੋਂ ਉਸ ਦੀ ਭਾਲ ਕਰਦਿਆਂ ਲੱਭੀ ਤਾਂ ਉਸਨੇ ਸਾਰਾ ਕੁਝ ਦੋਵਾਂ ਦੋਸ਼ੀਆਂ ਬਾਰੇ ਪੁਲਿਸ ਨੂੰ ਦੱਸਿਆ। ਕੈਲਗਰੀ ਪੁਲਿਸ ਚਾਈਲਡ ਅਬਿਊਜ਼ ਯੂਨਿਟ ਨੇ ਦੋਵਾਂ ਤੇ ਦੋਸ਼ ਲਗਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀਆਂ ਨੂੰ 22 ਜੂਨ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਗ੍ਰਿਫਤਾਰੀ ਦੌਰਾਨ ਪੁਲਿਸ ਨੇ ਉਸਦੇ ਇੱਕ ਘਰ ਤੇ ਛਾਪਾ ਵੀ ਮਾਰਿਆ, ਜਿੱਥੋਂ ਪੁਲਿਸ ਨੂੰ 975 ਗ੍ਰਾਮ ਕੋਕੀਨ ਮਿਲੀ। ਬਰਾਮਦ ਕੀਤੀ ਗਈ ਕੋਕੀਨ ਦੀ ਬਾਜ਼ਾਰ ਵਿੱਚ ਕੀਮਤ 60 ਲੱਖ ਰੁਪਏ ਦੇ ਕਰੀਬ ਸੀ। ਪੁਲਿਸ ਨੇ ਛਾਪੇਮਾਰੀ ਵਾਲੀ ਥਾਂ ਤੋਂ ਬਾਲ ਅਸ਼ਲੀਲ ਸਮੱਗਰੀ, ਨਸ਼ੀਲੇ ਪਦਾਰਥਾਂ ਤੋਂ ਇਲਾਵਾ ਤੰਬਾਕੂ, ਜੋ ਨਸ਼ੀਲੇ ਪਦਾਰਥਾਂ ਦੇ ਅੰਦਰ ਹੀ ਆਉਂਦੇ ਨੇ, ਵੈਬ ਕਾਰਤੂਸ ਅਤੇ ਇੱਕ ਕੰਪਿਊਟਰ ਸਮੇਤ ਸੈਕਸ ਟੇਪਾਂ ਵੀ ਬਰਾਮਦ ਕੀਤੀਆਂ। ਕੈਲਗਰੀ ਪੁਲਿਸ ਸਰਵਿਸ ਚਾਈਲਡ ਅਬਿਊਜ਼ ਯੂਨਿਟ ਦੇ ਸਟਾਫ ਸਾਰਜੈਂਟ ਸਮਿਥ ਨੇ ਕਿਹਾ ਕਿ ਇਹ ਗੰਭੀਰ ਦੋਸ਼ ਨੇ, ਜਿੱਥੇ ਕਮਜ਼ੋਰ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਅਤੇ ਖਤਰਨਾਕ ਜੀਵਨ ਸ਼ੈਲੀ ਲਈ ਮਜਬੂਰ ਕੀਤਾ ਜਾ ਰਿਹਾ ਹੈ। ਕੈਲੀਫੋਰਨੀਆ ਦੀ ਸੈਨੇਟ ਨੇ ਮੋਟਰਸਾਈਕਲ ਚਲਾਉਂਦੇ ਸਮੇਂ ਸਿੱਖਾਂ ਨੂੰ ਸੁਰੱਖਿਆ ਹੈਲਮਟ ਪਹਿਨਣ ਤੋਂ ਛੋਟ ਦੇਣ ਵਾਲੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। 2021 ਦੇ ਅਮਰੀਕੀ ਸਮੁਦਾਇਕ ਸਰਵੇਖਣ ਦੇ ਅਨੁਮਾਨ ਦੇ ਮੁਤਾਬਕ 2,11,000 ਸਿੱਖ ਕੈਲੀਫੋਰਨੀਆ 'ਚ ਰਹਿੰਦੇ ਨੇ, ਜੋ ਅਮਰੀਕਾ ਵਿੱਚ ਰਹਿਣ ਵਾਲੇ ਸਾਰੇ ਸਿੱਖਾਂ ਦੀ ਲਗਭਗ ਅੱਧੀ ਗਿਣਤੀ ਹੈ। ਸੈਨੇਟਰ ਬ੍ਰਾਇਨ ਦੁਆਰਾ ਲਿਖੇ ਗਏ ਸੈਨੇਟ ਬਿੱਲ ਨੂੰ ਇਸ ਹਫ਼ਤੇ ਰਾਸ਼ਟਰੀ ਸੈਨੇਟ ਦੇ ਦੁਆਰਾ 21 ਵੋਟਾਂ ਨਾਲ ਮਨਜ਼ੂਰੀ ਦਿੱਤੀ ਗਈ ਅਤੇ ਹੁਣੇ ਵਿਧਾਨ ਸਭਾ ਵਿੱਚ ਜਾਏਗਾ। ਡੈਲੇ ਨੇ ਸੈਨੇਟ ਵਿੱਚ ਬਿੱਲ ਪੇਸ਼ ਕੀਤੇ ਜਾਣ ਤੋਂ ਬਾਅਦ ਇੱਕ ਬਿਆਨ ਵਿੱਚ ਕਿਹਾ ਕਿ ਧਰਮ ਦੀ ਆਜ਼ਾਦੀ ਇਸ ਦੇਸ਼ ਦੀ ਇੱਕ ਮੁੱਖ ਨੀਂਹ ਹੈ। ਉਹਨਾਂ ਨੇ ਕਿਹਾ ਕਿ ਅਮਰੀਕੀ ਹੋਣ ਦੇ ਨਾਤੇ ਸਾਡੇ ਕੋਲ ਆਪਣੇ ਧਰਮ ਨੂੰ ਸੁਤੰਤਰ ਤੌਰ ਤੇ ਪ੍ਰਗਟਾਉਣ ਦਾ ਅਧਿਕਾਰ ਹੈ ਅਤੇ ਮੇਰਾ ਮੰਨਣਾ ਹੈ ਕਿ ਇਹ ਅਧਿਕਾਰ ਸਾਰਿਆਂ ਨੂੰ ਬਰਾਬਰ ਹੋਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਪੱਗ ਜਾਂ ਪਟਕਾ ਪਹਿਨਣ ਵਾਲਿਆਂ ਨੂੰ ਹੈਲਮਟ ਪਹਿਨਣ ਤੋਂ ਛੋਟ ਦੇਣਾ ਇਹ ਯਕੀਨੀ ਬਣਾਉਣ ਦਾ ਇੱਕ ਆਸਾਨ ਤਰੀਕਾ ਹੈ ਕਿ ਹਰ ਕਿਸੇ ਦੀ ਧਾਰਮਿਕ ਆਜ਼ਾਦੀ ਦੀ ਰੱਖਿਆ ਕੀਤੀ ਜਾਏ। ਸਟੇਟ ਸੈਨੇਟ ਨੂੰ ਦੱਸਿਆ ਗਿਆ ਕਿ ਅਜੇ ਤੱਕ ਬਾਜ਼ਾਰ ਵਿੱਚ ਅਜਿਹਾ ਕੋਈ ਹੈਲਮਟ ਉਪਲਬਧ ਨਹੀਂ ਹੈ ਜਿਸ ਵਿੱਚ ਪੱਗ ਜਾਂ ਪਟਕਾ ਹੋਏ, ਪਰ ਸਿੱਖ ਭਾਈਚਾਰੇ ਦੇ ਮੈਂਬਰਾਂ ਦੇ ਅਨੁਸਾਰ ਦਸਤਾਰ ਇੱਕ ਚੰਗੀ ਸੁਰੱਖਿਆ ਹੈ। ਵਰਤਮਾਨ ਵਿੱਚ 18 ਰਾਜਾਂ ਅਤੇ ਵਾਸ਼ਿੰਗਟਨ DC ਵਿੱਚ ਸਾਰੇ ਸਵਾਰੀਆਂ ਲਈ ਇੱਕ ਯੂਨੀਵਰਸਲ ਹੈਲਮਟ ਕਾਨੂੰਨ ਹੈ। 29 ਰਾਜ ਵਿੱਚ ਖਾਸ ਸਵਾਰੀਆਂ ਦੇ ਲਈ ਇੱਕ ਨਿਸ਼ਚਿਤ ਉਮਰ ਔਰ ਕੇਵਲ ਇਲੀਨੋਇਸ, ਆਇਓਵਾ ਅਤੇ ਨਿਊ ਹੈਂਪਸ਼ਾਇਰ ਵਿੱਚ ਮੋਟਰਸਾਈਕਲ ਹੈਲਮਟ ਕਾਨੂੰਨ ਨਹੀਂ ਨੇ। ਸਿੱਖਾਂ ਲਈ ਹੈਲਮਟ ਤੇ ਛੋਟ ਦੇਣ ਸੰਬੰਧੀ ਕੈਨੇਡਾ ਤੇ UK ਵਰਗੇ ਹੋਰ ਦੇਸ਼ਾਂ ਵਿੱਚ ਵੀ ਵਿਚਾਰ ਚਰਚਾ ਜਾਰੀ ਹੈ। ਕੈਨੇਡਾ ਵਿੱਚ ਸਿੱਖਾਂ ਨੂੰ ਅਲਬਰਟਾ, ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ ਤੇ ਓਨਟਾਰੀਓ ਸਮੇਤ ਕਈ ਸੂਬਿਆਂ ਦੇ ਵਿੱਚ ਮੋਟਰਸਾਈਕਲ ਹੈਲਮਟ ਕਾਨੂੰਨਾਂ ਤੋਂ ਛੋਟ ਹੈ। ਬਿੱਲ ਦੇ ਸਮਰਥਕਾਂ ਦੇ ਵਿੱਚ ਲੀਜੈਂਡਰੀ ਸਿੱਖ ਰਾਈਡਰਸ, ਸਿੱਖ ਲੈਜੈਂਡਸ ਆਫ ਅਮਰੀਕਾ ਅਤੇ ਸਿੱਖ ਸਟੈਂਡਸ ਮੋਟਰਸਾਈਕਲ ਕਲੱਬ ਸ਼ਾਮਲ ਨੇ।
ਅਮਰੀਕਾ ਦੇ ਟੈਕਸਾਸ ਵਿੱਚ ਟਰਾਂਸਜੈਂਡਰ ਨਾਬਾਲਗਾਂ ਦੇ ਇਲਾਜ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਟੈਕਸਾਸ ਦੇ ਗਵਰਨਰ ਗ੍ਰੇਗ ਨੇ ਸ਼ੁੱਕਰਵਾਰ ਨੂੰ ਟਰਾਂਸਜੈਂਡਰ ਨਾਬਾਲਗਾਂ ਦੇ ਇਲਾਜ ਤੇ ਪਾਬੰਦੀ ਲਗਾਉਣ ਵਾਲੇ ਕਾਨੂੰਨ ਤੇ ਦਸਤਖਤ ਕੀਤੇ। ਐਬੋਟ ਨੇ ਫਲੋਰੀਡਾ ਦੇ ਗਵਰਨਰ ਦੇ ਨਕਸ਼ੇ ਕਦਮ ਤੇ ਚਲਦਿਆਂ ਅਜਿਹਾ ਕਰਨ ਦਾ ਫੈਸਲਾ ਕੀਤਾ। ਉਹਨਾਂ ਨੇ ਮਈ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਇੱਕ ਬਿੱਲ ਤੇ ਦਸਤਖਤ ਕੀਤੇ ਸਨ। ਟੈਕਸਾਸ ਅਤੇ ਫਲੋਰੀਡਾ ਅਮਰੀਕਾ ਦੇ ਦੂਜੇ ਤੇ ਤੀਜੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਨੇ। ਇਹ ਅਜਿਹੇ ਇਲਾਜ ਤੇ ਪਾਬੰਦੀ ਲਗਾਉਣ ਵਾਲਾ ਅਮਰੀਕਾ ਦਾ ਸਭ ਤੋਂ ਵੱਡਾ ਰਾਜ ਬਣ ਗਿਆ। AFP ਦੀ ਰਿਪੋਰਟ ਦੇ ਮੁਤਾਬਕ ਟੈਕਸਾਸ ਦਾ ਕਾਨੂੰਨ ਮੈਡੀਕਲ ਪੇਸ਼ੇਵਰਾਂ ਨੂੰ 18 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਤੇ ਹਾਰਮੋਨ ਬਲੌਕਰ ਲਿਖਣ ਜਾਂ ਲਿੰਗ ਤਬਦੀਲ ਦੀ ਸਰਜਰੀ ਕਰਨ ਤੋਂ ਮਨਾ ਕਰਦਾ ਹੈ। ਇਹ 1 ਸਤੰਬਰ ਤੋਂ ਲਾਗੂ ਹੋ ਗਿਆ। ਕਾਨੂੰਨ 'ਚ ਉਹਨਾਂ ਨਾਬਾਲਗਾਂ ਲਈ ਇੱਕ ਅਪਵਾਦ ਸ਼ਾਮਲ ਹੈ ਜੋ ਪਹਿਲਾਂ ਹੀ ਜਵਾਨ ਅਵਸਥਾ ਬਲੌਕਰਸ ਨੇ ਜਾਂ ਹਾਰਮੋਨ ਥੈਰੇਪੀ ਪ੍ਰਾਪਤ ਕਰ ਰਹੇ ਨੇ, ਪਰ ਇਸ ਦੇ ਲਈ ਲੋੜ ਹੈ ਕਿ ਉਹ ਸਮੇਂ ਦੇ ਇੱਕ ਮਿਆਦ ਦੇ ਨਾਲ ਅਤੇ ਇੱਕ ਸੁਰੱਖਿਅਤ ਤੇ ਡਾਕਟਰੀ ਤੌਰ ਤੇ ਢੁਕਵੇਂ ਢੰਗ ਦੇ ਨਾਲ ਤਜਵੀਜ਼ ਕੀਤੀਆਂ ਦਵਾਈਆਂ ਨੂੰ ਬੰਦ ਕਰ ਦੇਣ। ਅਮਰੀਕਾ ਦੀ ਰਾਜਨੀਤੀ ਦੇ ਵਿੱਚ ਟਰਾਂਸਜੈਂਡਰ ਅਧਿਕਾਰ ਤੇਜ਼ੀ ਨਾਲ ਇੱਕ ਹੌਟ ਬਟਨ ਮੁੱਦਾ ਬਣ ਗਏ ਨੇ। ਡੈਮੋਕ੍ਰੇਟਸ ਟੈਕਸਾਸ ਅਤੇ ਫਲੋਰੀਡਾ ਕਾਨੂੰਨ ਵਰਗੀਆਂ ਹਰਕਤਾਂ ਦੀ ਨਿੰਦਾ ਕਰਦੇ ਨੇ ਜੋ ਬੁਨਿਆਦੀ ਅਧਿਕਾਰਾਂ ਨੂੰ ਘੇਰਦੇ ਨੇ। ਸ਼ੁੱਕਰਵਾਰ ਨੂੰ ਅਮਰੀਕੀ ਸਿਵਲ ਲਿਬਰਟੀਜ਼ ਯੂਨੀਅਨ ਆਫ ਟੈਕਸਾਸ ਨੇ ਕਿਹਾ ਕਿ ਉਹ ਰਾਜ ਦੀ ਪਾਬੰਦੀ ਦੇ ਖਿਲਾਫ ਮੁਕੱਦਮਾ ਦਾਇਰ ਕਰੇਗੀ। ਅਧਿਕਾਰ ਸੰਗਠਨ ਨੇ ਇੱਕ ਟਵੀਟ 'ਚ ਕਿਹਾ, ਐਬੋਟ ਟਰਾਂਸ ਨੌਜਵਾਨਾਂ ਨੂੰ ਟੈਕਸਾਸ ਵਿੱਚ ਬਦਨ ਫੁੱਲਣ ਤੋਂ ਨਹੀਂ ਰੋਕ ਸਕਦਾ ਹੈ ਤੇ ਯਕੀਨੀ ਬਣਾਉਣ ਦੇ ਲਈ ਅਸੀਂ ਉਸ ਨੂੰ ਅਦਾਲਤ ਵਿੱਚ ਲੈ ਜਾਵਾਂਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਸ਼ਿੰਗਟਨ ਦੌਰੇ ਤੋਂ ਪਹਿਲਾਂ ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਐਤਵਾਰ ਨੂੰ ਭਾਰਤ ਦੇ 2 ਦਿਨਾਂ ਦੌਰੇ ਤੇ ਨੇ। ਇਸ ਦੌਰਾਨ ਉਹ ਦੁਬੱਲੇ ਰਣਨੀਤਿਕ ਸੰਬੰਧਾਂ ਨੂੰ ਹੋਰ ਵਧਾਉਣ ਤੇ ਤਰੀਕਿਆਂ ਤੇ ਚਰਚਾ ਕਰਨਗੇ। ਆਸਟਿਨ ਦੇ ਦੌਰੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਦੱਸਿਆ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਅਮਰੀਕੀ ਰੱਖਿਆ ਮੰਤਰੀ ਆਸਟਿਨ ਕਈ ਨਵੇਂ ਰੱਖਿਆ ਸਹਿਯੋਗ ਪ੍ਰੋਜੈਕਟਾਂ ਤੇ ਚਰਚਾ ਕਰਨਗੇ। ਕਰੀਬ 2 ਹਫ਼ਤਿਆਂ ਬਾਅਦ ਇਨ੍ਹਾਂ ਪ੍ਰੋਜੈਕਟਾਂ ਦੇ ਵੇਰਵੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਨਾਲ ਮੋਦੀ ਦੀ ਗੱਲਬਾਤ ਤੋਂ ਬਾਅਦ ਉਪਲਬਧ ਕਰਵਾਏ ਜਾਣਗੇ। ਜਨਰਲ ਇਲੈਕਟ੍ਰਿਕ ਦੇ ਭਾਰਤ ਨਾਲ ਲੜਾਕੂ ਜੈਟ ਇੰਜਣਾਂ ਦੀ ਟੈਕਨੋਲੋਜੀ ਸਾਂਝੀ ਕਰਨ ਦੇ ਪ੍ਰਸਤਾਵ ਅਤੇ ਅਮਰੀਕੀ ਰੱਖਿਆ ਉਪਕਰਨ ਕੰਪਨੀ ਜਨਰਲ ਐਟੋਮੈਟਿਕਸ ਐਰੋਨੌਟਿਕਲ ਸਿਸਟਮਜ਼ ਇੰਕ ਤੋਂ $3 ਅਰਬ ਦੀ ਲਾਗਤ ਦੇ ਨਾਲ 30 MQ-9B ਹਥਿਆਰਬੰਦ ਡਰੋਨ ਖਰੀਦਣ ਦੀ ਭਾਰਤ ਦੀ ਯੋਜਨਾ ਤੇ ਸੋਮਵਾਰ ਨੂੰ ਸਿੰਘ ਆਸਟਿਨ ਵਿਚਾਲੇ ਚਰਚਾ ਹੋਣ ਦੀ ਸੰਭਾਵਨਾ ਹੈ। ਭਾਰਤ ਆਪਣੇ ਲੜਾਕੂ ਜਹਾਜ਼ਾਂ ਲਈ ਟ੍ਰਾਂਸਫਰ ਆਫ ਟੈਕਨੋਲੋਜੀ ਫਰੇਮਵਰਕ ਦੇ ਤਹਿਤ ਦੇਸ਼ ਵਿੱਚ ਲੜਾਕੂ ਜਹਾਜ਼ਾਂ ਦੇ ਇੰਜਣਾਂ ਦੇ ਨਿਰਮਾਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾ ਰਿਹਾ। ਰੱਖਿਆ ਮੰਤਰਾਲਾ ਦੇ ਮੁਤਾਬਕ ਅਮਰੀਕੀ ਰੱਖਿਆ ਮੰਤਰੀ ਭਾਰਤ ਦੇ 2 ਦਿਨਾਂ ਦੌਰੇ ਤੇ ਐਤਵਾਰ ਨੂੰ ਸਿੰਗਾਪੁਰ ਤੋਂ ਨਵੀਂ ਦਿੱਲੀ ਪਹੁੰਚੇ। ਆਸਟਿਨ ਦੀ ਇਹ ਦੂਜੀ ਭਾਰਤ ਯਾਤਰਾ ਹੈ। ਇਸ ਤੋਂ ਪਹਿਲਾਂ ਉਹ ਮਾਰਚ 2021 ਵਿੱਚ ਭਾਰਤ ਦਾ ਦੌਰਾ ਕਰ ਚੁੱਕੇ ਨੇ। ਰੱਖਿਆ ਮੰਤਰਾਲੇ ਨੇ ਕਿਹਾ ਕਿ ਜਰਮਨੀ ਦੇ ਰੱਖਿਆ ਮੰਤਰੀ ਬੋਰਿਸ ਦੀ ਰਾਜਨਾਥ ਨਾਲ ਦੁਬੱਲੀ ਗੱਲਬਾਤ ਕਰਨਗੇ। ਦੋਵਾਂ ਆਗੂਆਂ ਵਿਚਾਲੇ 6 ਜੂਨ ਨੂੰ ਗੱਲਬਾਤ ਹੋਣੀ ਹੈ। ਮੰਤਰਾਲੇ ਦੇ ਮੁਤਾਬਕ ਰਾਜਨਾਥ ਦੀ ਆਸਟਿਨ ਅਤੇ ਪਿਸਟੋਰੀਅਸ ਦੇ ਨਾਲ ਮੁਲਾਕਾਤ ਦੌਰਾਨ ਉਦਯੋਗਿਕ ਸਹਿਯੋਗ ਦੇ ਨਾਲ-ਨਾਲ ਦੁਬੱਲੇ ਰੱਖਿਆ ਸਹਿਯੋਗ ਨਾਲ ਜੁੜੇ ਕਈ ਮੁੱਦਿਆਂ ਤੇ ਚਰਚਾ ਹੋਣ ਦੀ ਸੰਭਾਵਨਾ ਹੈ। रूस के राष्ट्रपति व्लादिमीर पुतिन, जापान के प्रधानमंत्री फूमियो किशिदा ਅਤੇ कैनेडियन प्रधानमंत्री जस्टिन ट्रूडो समेत कई आलमी आगुआं ने उड़ीसा विच वापरे रेल हादसे ते पीड़ित परिवारां ਅਤੇ भारत सरकार नाल दुख साझा कीता। रूसी राष्ट्रपति ने टैलीग्राम ते प्रधानमंत्री मोदी दे नाल हादसे दा अफसोस प्रगटाउंदियां ਜ਼ਖਮੀ ਵਿਅਕਤੀਆਂ ਦੇ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਜਾਪਾਨ ਦੇ ਪ੍ਰਧਾਨ ਮੰਤਰੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਆਪਣੀ ਸਰਕਾਰ ਅਤੇ ਲੋਕਾਂ ਤਰਫੋਂ ਪੀੜਤ ਪਰਿਵਾਰਾਂ ਦੇ ਨਾਲ ਦੁੱਖ ਪ੍ਰਗਟਾਉਂਦੇ ਨੇ। ਜਾਪਾਨੀ ਵਿਦੇਸ਼ ਮੰਤਰੀ ਜੋਸ਼ੀਮਾਸਾ ਨੇ ਆਪਣੇ ਭਾਰਤੀ ਹਮਰੁਤਬਾ ਐਸ ਜੈ ਸ਼ੰਕਰ ਨੂੰ ਸੋਗ ਸੁਨੇਹਾ ਭੇਜਿਆ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇਸ ਮੁਸ਼ਕਿਲ ਘੜੀ ਵਿੱਚ ਉਹਨਾਂ ਦੇ ਮੁਲਕ ਦੇ ਲੋਕ ਭਾਰਤੀ ਲੋਕਾਂ ਦੇ ਨਾਲ ਖੜੇ ਨੇ। ਭਾਰਤ ਦੇ ਦੌਰੇ ਤੇ ਆਏ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਪ੍ਰਚੰਡ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ ਨੇ ਵੀ ਪੀੜਤ ਪਰਿਵਾਰਾਂ ਨਾਲ ਅਫਸੋਸ ਜਤਾਉਂਦਿਆਂ ਜ਼ਖਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਅਰਦਾਸ ਕੀਤੀ ਹੈ। ਸ੍ਰੀਲੰਕਾ ਦੇ ਵਿਦੇਸ਼ ਮੰਤਰੀ ਅਲੀ ਸਾਬਰੀ, ਭੂਟਾਨ ਦੇ ਪ੍ਰਧਾਨ ਮੰਤਰੀ ਲੋਟੇ, ਇਟਲੀ ਦੇ ਉਪ ਪ੍ਰਧਾਨ ਮੰਤਰੀ ਵਿਦੇਸ਼ ਮੰਤਰੀ ਐਂਟੋਨੀਓ ਅਤੇ ਤਾਈਵਾਨ ਦੇ ਰਾਸ਼ਟਰਪਤੀ ਸਾਈ ਇੰਗ ਵੇਨ ਨੇ, ਮਾਲਦੀਵ ਦੇ ਵੀ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਨੇ ਵੀ ਦੁੱਖ ਜਤਾਇਆ। ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ ਕਸਾਬਾ ਕੋਰੋਸੀ ਨੇ ਟਵੀਟ ਕਰਕੇ ਦੁੱਖ ਪ੍ਰਗਟਾਇਆ ਅਤੇ ਹੋਰ ਵੀ ਬਹੁਤ ਸਾਰੇ ਦੇਸ਼ਾਂ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੇ ਇਸ ਘਟਨਾ ਤੇ ਆਪਣਾ ਦੁੱਖ ਜ਼ਾਹਿਰ ਕੀਤਾ।
रूस की संघी सुरक्षा सेवा ने दावा किया है कि उसने एक अमरीकी जसूसी मुहिम का पर्दाफाश किया। इस मुहिम के विच देश च हाल ही कई हज़ार आईफोन हैक कर ले गए थे, इसलिए अमरीका ते अमरीकी कंपनी एप्पल भी जिम्मेवार ने। रूसी साइबर सुरक्षा फर्म कास्परस्की लैब का कहना है कि हैकिंग दे विच उसके कर्मचारियों के आईफोन विच फाइल चोर मैलवेयर स्थापित किया गया। ये आईफोन एप्पल के पुराने मोबाइल ऑपरेटिंग सिस्टम ते चल रहे ने। फर्म ने कहा कि उसके कोल किसी विशेष सरकार या संगठन ते दोष साबित करने के लोड़ींदे सबूतों की घाट है। उधर संघी सुरक्षा सेवा ने बलपूर्वक कहा कि साइबर हमले ने डिप्लोमैट्स समेत हज़ारां लोगों को निशाना बनाया, जिसलिए अमरीका जिम्मेवार है। एप्पल ने अमरीकी सरकार के हैकरां नाल मिलकर यह मुहिम चलाई। इस साल फरवरी के शुरू में न्यू जर्सी कौंसल की मैंबर बीबी यूनिस डमफोर की हत्या के मामले वर्जीनिया के 28 साल शक्की दोषी रशीद अली बायनम नूं गिरफ्तार करके उस विरुद्ध हत्या के दोष आयद किए गए ने। चेसापिक कॉमनवेल्थ अटॉर्नी के दफ्तर ने जारी एक बयान च कहा कि बायनम नूं जमानत नहीं मिली अते आस है कि उसनूं वर्जीनिया तो न्यू जर्सी के हवाले कर दिता जाएगा, जिथे अपराध होया सी। बायनम विरुद्ध पहला दर्जा हत्या ते दूसरा दर्जा गैर कानूनी हथियार रखने के दोष लगाए गए ने। अमरीकी कांग्रेस ने प्रधानमंत्री नरेंद्र मोदी को सद्दा दिता है कि वह अपने अमरीका दौरे दौरान 22 जून को प्रतिनिधि सदन के सैनेट के सांझे सम्मेलन को संबोधन करन। सदन के स्पीकर कैविन मैकार्थी, सैनेट बहुमत आगू चुक शुमर, सैनेट रिपब्लिकन लीडर मिक मैकोनल ते हाउस डेमोक्रेटिक लीडर हकीम जैफरीस ने मोदी को भेजे पत्र च कहा कि असीं आस करते हैं कि इस मौके पर तुसीं भारत के भविख के नज़रिए अते भारत ते अमरीका नूं दरपेश कौमांतरी चुनौतियों बारे अपने विचार रखणगे। इस दौरान व्हाइट हाउस वालों जारी बयान दे विच कहा गया कि प्रधानमंत्री मोदी की अमरीका फेरी भारत ते अमरीका विचाले डूंगी ते नज़दीकी भाईवाली की मुड़ पुष्टि करने के लिए एक अवसर प्रदान करेगी। ये फेरी दोवां देशां विचाले संबंधां नूं होर मजबूत करने का मौका है। प्रधानमंत्री नरेंद्र मोदी जल्द ही अमरीका दौरे ते जाने वाले ने। पीएम मोदी अपने दौरे ते अमरीकी संसद के संयुक्त सैशन नूं संबोधन करनगे। अजिहा करदे ओह महान नेता नैल्सन मंडेला की बराबरी कर लैणगे। पीएम मोदी के अमरीकी संसद के संयुक्त सैशन नूं संबोधन करन नूं लैके इंडिया कॉक्स के सांसद काफ़ी खुश ने। भारतीय मूल के अमरीकी सांसद ते इंडियन कॉक्स के सह प्रधान रॉक खन्ना ने दस्सिया कि इंडिया कॉक्स ने ही हाउस ऑफ रिप्रजेंटेटिव के सभापति कैविन नूं अपील की सी कि वह पीएम मोदी नूं सदन के सांझे सैशन नूं संबोधन करने लई सद्दा देण। इस दे नाल ही पीएम मोदी उन्हां कुछ चुने हुए नेतावां की बराबरी कर लैणगे जो 2 ਜਾਂ 2 तो ज़्यादा बार अमरीकी संसद नूं संबोधन कर चुके हैं। दक्षिणी अफ्रीका के साबका राष्ट्रपति के रंग भेद खिलाफ लड़ाई लड़न वाले महान नेता नैल्सन मंडेला ते इजराइल के साबका पीएम जितचाक रॉबिन भी 2 बार अमरीकी सदन नूं संबोधन कर चुके ने। इस मामले दे विच पीएम मोदी राजीव गांधी, अटल बिहारी वाजपेयी दे नाल-नाल मनमोहन सिंह ते पीवी नरसिम्हा राव नाल अपने आगामी अमरीकी दौरे तो अगे निकल जाणगे। ये नेता एक बार अमरीकी सदन के संयुक्त सैशन नूं संबोधन कर चुके हैं। राजीव गांधी भारत के पहले प्रधानमंत्री सी जिसने 1985 विच पहली बार अमरीकी सदन नूं संबोधन किया सी। हुण अपने अमरीकी दौरे विच पीएम मोदी दूजी बार अमरीकी कांग्रेस नूं संबोधन करनगे। पीएम मोदी के सदन नूं संबोधन करन नूं लैके अमरीका दा भारतीय मूल के सांसद ते कई होर सांसद काफ़ी उत्साहित ने। पीएम मोदी नूं भेजे गए सद्दा पत्र विच लिखिया गया है कि अमरीकी सदन के दोवें सदनां वल्लों ये साडे लई सन्मान की गल होएगी कि तुसीं 22 जून 2023 नूं सदन के संयुक्त सैशन नूं संबोधन करोगे। मेटा के सोशल मीडिया प्लेटफॉर्म फेसबुक और इंस्टाग्राम ने अप्रैल महीने दौरान खाता धारकों वालों मिलियां शिकायतों चों क्रमवार 41 ते 54% शिकायतों ते कार्रवाई की। कंपनी वालों जारी की गई अप्रैल 2023 की रिपोर्ट के अनुसार फेसबुक ने जिन्हां शिकायतों ते कार्रवाई की है उन्हां चों 1/4 तो घट शिकायतां नंगेज अते काम अकसाऊ समग्री नाल संबंधित ने। इस तरह इंस्टाग्राम वालों इस श्रेणी तहत 1/3 तो घट शिकायतों ते कार्रवाई की गई है। रिपोर्ट के अनुसार इस तो बिना होर शिकायतां मजाक उड़ाउण जां परेशान करन
ਨਾ ਵਾਜਬ ਜਾਂ ਨਿਰਾਦਤ ਕਰਨ ਵਾਲੀ ਸਮੱਗਰੀ ਅਤੇ ਜਾਲੀ ਪ੍ਰੋਫਾਈਲ ਆਦਿ ਨਾਲ ਜੁੜੀਆਂ ਹੋਈਆਂ ਨੇ। ਇਸ ਰਿਪੋਰਟ ਦੇ ਅਨੁਸਾਰ ਫੇਸਬੁੱਕ ਤੇ ਕੁੱਲ 8470 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ਚੋਂ 2225 ਸ਼ਿਕਾਇਤਾਂ ਦੇ ਹੱਲ ਦੇ ਲਈ ਖਾਤਾ ਧਾਰਕਾਂ ਨੂੰ ਮੌਕੇ ਤੇ ਹੱਲ ਕਰ ਦਿੱਤੇ ਗਏ, ਜਦਕਿ 6245 ਸ਼ਿਕਾਇਤਾਂ ਨੂੰ ਵਿਸਥਾਰ ਨਾਲ ਵਿਚਾਰ ਕੇ ਕੁੱਲ 1244 ਸ਼ਿਕਾਇਤਾਂ ਤੇ ਕਾਰਵਾਈ ਕੀਤੀ ਗਈ। ਇਸ ਤੋਂ ਬਿਨਾਂ 1244 ਸ਼ਿਕਾਇਤਾਂ ਅਜਿਹੀਆਂ ਨੇ ਜਿਨ੍ਹਾਂ ਦੀ ਜਾਣਕਾਰੀ ਮੈਟਾ ਵੱਲੋਂ ਗੁਪਤ ਰੱਖੀ ਗਈ ਹੈ। ਫੇਸਬੁੱਕ ਵੱਲੋਂ ਪਾਲਿਸੀ ਲਾਅ ਦੀ ਉਲੰਘਣਾ ਕਰਨ ਅਤੇ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਤਹਿਤ ਆਪਣੇ ਤੌਰ ਤੇ 27.7 ਲੱਖ ਲਿੰਕ ਖਤਮ ਕਰ ਦਿੱਤੇ ਗਏ ਨੇ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਭਾਰਤੀ ਅਮਰੀਕੀ ਭਾਈਚਾਰੇ ਦੇ ਮੈਂਬਰਾਂ ਨੂੰ ਕਿਹਾ ਕਿ ਭਾਰਤ ਵਿੱਚ ਇਸ ਸਮੇਂ ਦੋ ਵੱਖ-ਵੱਖ ਵਿਚਾਰਧਾਵਾਂ ਵਿਚਾਲੇ ਲੜਾਈ ਹੈ ਅਤੇ ਉਹਨਾਂ ਨੇ ਭਰੋਸਾ ਪ੍ਰਗਟਾਇਆ ਕਿ ਦੇਸ਼ ਬਾਰੇ ਸੱਤਾਧਾਰੀ ਭਾਜਪਾ ਦੀ ਸੋਚ ਦਾ ਬਦਲ ਮੁਹੱਈਆ ਕਰਵਾਉਣ ਵਾਲੇ ਨਜ਼ਰੀਏ ਵਾਸਤੇ ਸਾਰੀਆਂ ਵਿਰੋਧੀ ਪਾਰਟੀਆਂ ਹੱਥ ਮਿਲਾਉਣਗੀਆਂ। ਉਹਨਾਂ ਨੇ ਕਿਹਾ ਕਿ ਜਦੋਂ ਉਹ ਗੈਰ ਕਾਂਗਰਸੀ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਮਿਲਦੇ ਨੇ ਤਾਂ ਉਹ ਹਮੇਸ਼ਾ ਇਸ ਗੱਲ ਤੇ ਜ਼ੋਰ ਦਿੰਦੇ ਨੇ, ਸਾਨੂੰ ਮਿਲ ਕੇ ਲੜਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਅੱਜ-ਕੱਲ੍ਹ ਰਾਹੁਲ ਗਾਂਧੀ ਅਮਰੀਕਾ ਦੇ ਦੌਰੇ ਤੇ ਹੈ। ਅਰਬਪਤੀ ਕਾਰੋਬਾਰੀ ਅਤੇ ਟਵਿੱਟਰ ਦੇ ਮਾਲਕ ਐਲਨ ਮਸਕ ਨੇ ਆਪਣੇ ਬੇਟੇ ਲਿਲ ਐਕਸ ਵੱਲੋਂ ਪੁੱਛੇ ਗਏ ਇੱਕ ਸਵਾਲ ਨੂੰ ਟਵਿੱਟਰ ਤੇ ਸਾਂਝਾ ਕੀਤਾ, ਜਿਸ ਵਿੱਚ ਪੁੱਛਿਆ ਗਿਆ ਕਿ ਜੇਕਰ ਪੁਲਿਸ ਵਿੱਚ ਖੋਜੀ ਕੁੱਤੇ ਹੁੰਦੇ ਨੇ ਤਾਂ ਬਿੱਲੀਆਂ ਕਿਉਂ ਨਹੀਂ ਹੁੰਦੀਆਂ। ਮਸਕ ਦੀ ਇਸ ਪੋਸਟ ਤੋਂ ਬਾਅਦ ਟਵਿੱਟਰ ਤੇ ਕਈ ਲੋਕਾਂ ਨੇ ਆਪਣੇ ਤਰੀਕੇ ਦੇ ਨਾਲ ਇਸ ਸਵਾਲ ਦਾ ਜਵਾਬ ਦਿੱਤਾ ਹੈ, ਪਰ ਦਿੱਲੀ ਪੁਲਿਸ ਵੱਲੋਂ ਦਿੱਤੇ ਗਏ ਦਿਲਚਸਪ ਜਵਾਬ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਦਿੱਲੀ ਪੁਲਿਸ ਨੇ ਫੈਲਨ ਪਰ ਔਰ ਪ੍ਰੋਟੈਕਸ਼ਨ ਸ਼ਬਦਾਂ ਦੀ ਜਾਦੂਗਰੀ ਦਿਖਾਉਂਦੇ ਹੋਏ ਇਹ ਜਵਾਬ ਦਿੱਤਾ। ਦਿੱਲੀ ਪੁਲਿਸ ਨੇ ਟਵੀਟ ਕੀਤਾ, ਐਲਨ ਮਸਕ ਕਿਰਪਾ ਕਰਕੇ ਲਿਲ ਐਕਸ ਨੂੰ ਦੱਸੋ ਕਿ ਪੁਲਿਸ 'ਚ ਬਿੱਲੀਆਂ ਨੂੰ ਇਸ ਲਈ ਨਹੀਂ ਰੱਖਿਆ ਜਾਂਦਾ ਕਿਉਂਕਿ ਉਹਨਾਂ ਤੇ ਫੇਲਿਨ ਯਾਨੀ ਕਿ ਬਿੱਲੀ ਦੀ ਪ੍ਰਜਾਤੀ ਨਾਲ ਸੰਬੰਧਿਤ ਹੈ ਜੋ ਵਾਈ ਪਰ ਬਿੱਲੀ ਵਰਗੀ ਆਵਾਜ਼ ਕੱਢਣ ਪ੍ਰੋਟੈਕਸ਼ਨ ਦਾ ਮਾਮਲਾ ਦਰਜ ਹੋ ਸਕਦਾ ਹੈ। ਦਿੱਲੀ ਪੁਲਿਸ ਵੱਲੋਂ ਦਿੱਤੇ ਗਏ ਜਵਾਬ ਦੇ ਵਿੱਚ ਸ਼ਬਦਾਂ ਦੀ ਵਰਤੋਂ ਅਤੇ ਦਿਲਚਸਪ ਜਵਾਬ ਦੇ ਲਈ ਟਵਿੱਟਰ ਤੇ ਲੋਕ ਉਹਨਾਂ ਦੀ ਪ੍ਰਸ਼ੰਸਾ ਕਰ ਰਹੇ ਨੇ। ਪੰਜਾਬ ਦਾ ਇੱਕ ਗੱਭਰੂ ਕੈਨੇਡਾ ਵਿੱਚ ਵਿਧਾਇਕ ਬਣਿਆ ਅਤੇ ਉਹ ਦੇਸ਼ ਦਾ ਸਭ ਤੋਂ ਘੱਟ ਉਮਰ ਦਾ ਵਿਧਾਇਕ ਹੋਏਗਾ। ਫਰੀਦਕੋਟ ਸ਼ਹਿਰ ਦੇ ਗ੍ਰੀਨ ਐਵਨਿਊ ਵਾਸੀ ਗੁਰਵਿੰਦਰ ਸਿੰਘ ਬਰਾੜ ਉਰਫ ਟੀਟੂ ਨੇ ਕੈਲਗਰੀ ਦੀ ਨਾਰਥ ਈਸਟ ਅਸੈਂਬਲੀ ਵਿੱਚੋਂ ਚੋਣ ਜਿੱਤ ਕੇ ਇਹ ਉਪਲਬਧੀ ਹਾਸਲ ਕੀਤੀ ਹੈ। 29 ਮਈ ਨੂੰ ਹੀ ਚੋਣ ਦਾ ਨਤੀਜਾ ਆਇਆ। ਇਹ ਜਾਣਕਾਰੀ ਮਿਲਦੇ ਹੀ ਪਰਿਵਾਰ ਵਿੱਚ ਜਸ਼ਨ ਦਾ ਮਾਹੌਲ ਹੈ। ਰਿਸ਼ਤੇਦਾਰਾਂ ਤੇ ਮੁਹੱਲੇ ਦੇ ਲੋਕਾਂ ਨੇ ਟੀਟੂ ਦੀ ਜਿੱਤ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਸ਼ੁਕਰਾਨਾ ਅਦਾ ਕੀਤਾ, ਪਾਠ ਕਰਵਾਇਆ, ਲੰਗਰ ਲਗਾਇਆ ਤੇ ਲੱਡੂ ਵੰਡੇ। ਉਹਨਾਂ ਦੇ ਦਾਦਾ ਗੁਰਵਜਨ ਸਿੰਘ ਬਰਾੜ ਨੇ ਦੱਸਿਆ ਕਿ ਇਹ ਉਹਨਾਂ ਲਈ ਬਹੁਤ ਖੁਸ਼ੀ ਦੀ ਗੱਲ ਹੈ। ਉਹਨਾਂ ਨੇ ਪਰਿਵਾਰ ਤੇ ਫਰੀਦਕੋਟ ਦੀ ਸ਼ਾਨ ਵਿੱਚ ਵੱਡੀ ਉਪਲਬਧੀ ਹੈ। ਅਜੇ ਪਰਿਵਾਰ ਕੈਨੇਡਾ ਵਿੱਚ ਹੈ। ਜਦੋਂ ਉਹ ਭਾਰਤ ਆਉਣਗੇ ਤਾਂ ਜਿੱਤ ਦੀ ਖੁਸ਼ੀ ਮਨਾਈ ਜਾਏਗੀ। ਮੁਹੱਲੇ ਦੇ ਐਮਸੀ ਗੁਰਤੇਜ ਸਿੰਘ ਨੇ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਦੇ ਮੁਹੱਲੇ ਦਾ ਨੌਜਵਾਨ ਕੈਨੇਡਾ ਵਿੱਚ ਵਿਧਾਇਕ ਚੁਣਿਆ ਗਿਆ। ਸਭ ਤੋਂ ਘੱਟ ਉਮਰ ਦਾ ਕੈਨੇਡਾ ਦਾ ਵਿਧਾਇਕ ਬਣਿਆ। ਉਸਦੇ ਦੋਸਤ ਫਰੀਦਕੋਟ ਤੋਂ ਲੈ ਕੇ ਕੈਨੇਡਾ ਤੱਕ ਖੁਸ਼ੀ ਮਨਾ ਰਹੇ ਨੇ। रूस के राष्ट्रपति व्लादिमीर पुतिन ने कहा कि कुछ मानसिक तौर पर बीमार लोग रूस को अस्थिर करना चाहते हैं, पर सानू उन्होंने मनसूबियां नू कामयाब नहीं होने देना चाहिए। पुतिन ने अपने मंत्रिमंडल के मैंबरां नू संबोधन करदिआं कहा, ਅਸੀਂ ਕਿਸੇ ਵੀ ਹਾਲਤ ਦੇ ਵਿੱਚ ਦੇਸ਼ ਨੂੰ ਬਦਮਾਸ਼ਾਂ ਤੋਂ ਬਚਾਉਣਾ ਹੈ। ਪੁਤਿਨ ਨੇ ਕਿਹਾ ਕਿ ਸੁਰੱਖਿਆ ਪਰਿਸ਼ਦ ਜਲਦੀ ਹੀ ਪੂਰੇ ਘਟਨਾਕ੍ਰਮ ਤੇ ਵਿਚਾਰ ਕਰੇਗੀ ਅਤੇ ਸੁਰੱਖਿਆ ਨਾਲ ਜੁੜੇ ਮਹੱਤਵਪੂਰਨ ਫੈਸਲੇ ਲਏਗੀ। ਰੂਸੀ ਫੌਜ ਨੇ ਸ਼ੁੱਕਰਵਾਰ ਨੂੰ ਯੂਕਰੇਨ ਦੀ ਰਾਜਧਾਨੀ ਕੀਵ ਤੇ ਫਿਰ ਤੋਂ ਹਵਾਈ ਹਮਲਾ ਕੀਤਾ। ਯੂਕਰੇਨ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਰੂਸ ਦੀਆਂ 30 ਕਰੂਜ਼ ਮਿਜ਼ਾਈਲਾਂ ਅਤੇ ਡਰੋਨਾਂ ਨੂੰ ਡੇਗਣ ਦਾ ਦਾਅਵਾ ਕੀਤਾ। ਜ਼ਿਕਰਯੋਗ ਹੈ ਕਿ ਕੁਝ ਮਿਜ਼ਾਈਲਾਂ ਡਰੋਨਾਂ ਦੇ ਨਿਸ਼ਾਨੇ ਤੇ ਆਉਣ ਅਤੇ ਕੁਝ ਦੇ ਮਲਬੇ ਨਾਲ ਨੁਕਸਾਨੇ ਜਾਣ ਦੀ ਖਬਰ ਹੈ। ਪਿਛਲੇ 6 ਦਿਨਾਂ ਵਿੱਚ ਕੀਵ ਉੱਤੇ ਰੂਸ ਦਾ ਇਹ 6ਵਾਂ हमला सी। इस दौरान रूस ने कहा कि उसके सरहदी खेतर बेलगोरोड ਵਿੱਚ यूक्रेन की गोलाबारी ਵਿੱਚ 2 लोग मारे गए ਅਤੇ 2 ਜ਼ਖਮੀ ਹੋਏ। रूस के कब्जे वाले यूक्रेन के बंदरगाह शहर बेरडियांस्क ਤੇ यूक्रेनी फौज की गोलीबारी की खबर है। इस गोलीबारी 'ਚ 9 लोग ਜ਼ਖਮੀ ਹੋਏ ਨੇ। ਕੁਝ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ। यूक्रेन ਲਈ ਚੀਨ ਦੇ ਵਿਸ਼ੇਸ਼ ਦੂਤ ਨੇ ਪੱਛਮੀ ਦੇਸ਼ਾਂ ਨੂੰ यूक्रेन ਨੂੰ ਹਥਿਆਰਾਂ ਦੀ ਸਪਲਾਈ ਬੰਦ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਸ ਨਾਲ यूक्रेन युद्ध ਭੜਕ ਰਿਹਾ ਅਤੇ ਜੰਗਬੰਦੀ ਦੀਆਂ ਸੰਭਾਵਨਾਵਾਂ ਕਮਜ਼ੋਰ ਹੋ ਰਹੀਆਂ ਨੇ। ਵਿਸ਼ੇਸ਼ ਦੂਤ ਲੀ ਹੋਈ ਨੇ ਕਿਹਾ ਕਿ ਅਮਰੀਕਾ ਤੇ ਯੂਰਪੀ ਦੇਸ਼ਾਂ ਵੱਲੋਂ ਟੈਂਕਾਂ ਤੇ ਮਿਜ਼ਾਈਲਾਂ ਦੀ ਸਪਲਾਈ ਰੂਸ ਅਤੇ ਯੂਕਰੇਨ ਵਿਚਾਲੇ ਸ਼ਾਂਤੀ ਵਾਰਤਾ ਸ਼ੁਰੂ ਹੋਣ 'ਚ ਰੁਕਾਵਟ ਬਣਨ ਦੀ ਉਮੀਦ ਹੈ। ਉੜੀਸਾ ਵਿੱਚ ਸ਼ੁੱਕਰਵਾਰ ਨੂੰ ਹੋਏ ਭਿਆਨਕ ਰੇਲ ਹਾਦਸੇ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਸ਼ਨੀਵਾਰ ਨੂੰ ਸਾਰੀਆਂ ਏਅਰਲਾਈਨਜ਼ ਨੂੰ ਨਿਰਦੇਸ਼ ਦਿੱਤਾ ਕਿ ਭੁਵਨੇਸ਼ਵਰ ਆਉਣ ਜਾਣ ਵਾਲੀਆਂ ਉਡਾਣਾਂ ਦੇ ਕਿਰਾਏ ਵਿੱਚ ਅਸਧਾਰਨ ਵਾਧੇ ਤੇ ਨਜ਼ਰ ਰੱਖਣ ਅਤੇ ਅਜਿਹਾ ਹੋਣ ਤੋਂ ਰੋਕਣ ਦੇ ਲਈ ਜ਼ਰੂਰੀ ਕਦਮ ਚੁੱਕਣ। ਮੰਤਰਾਲਾ ਨੇ ਅੱਗੇ ਕਿਹਾ ਕਿ ਦੁਰਘਟਨਾ ਕਾਰਨ ਕਿਸੇ ਹਵਾਈ ਯਾਤਰਾ ਦੀ ਟਿਕਟ ਨੂੰ ਰੱਦ ਕਰਨ ਅਤੇ
ਯਾਤਰਾ ਦਾ ਮੁੜ ਨਿਰਧਾਰਨ ਕਰਨ ਤੇ ਕੋਈ ਵਾਧੂ ਫੀਸ ਨਹੀਂ ਲਈ ਜਾਣੀ ਚਾਹੀਦੀ। ਮੰਤਰਾਲਾ ਨੇ ਇਸ ਸੰਬੰਧੀ ਸਾਰੀਆਂ 에ਅਰਲਾਈਨਸ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ। ਇੱਕ ਬਿਆਨ ਦੇ ਵਿੱਚ ਮੰਤਰਾਲਾ ਨੇ ਕਿਹਾ ਹੈ ਕਿ ਉੜੀਸਾ ਵਿੱਚ ਰੇਲ ਹਾਦਸੇ ਦੇ ਮੱਦੇਨਜ਼ਰ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਸਾਰੀਆਂ 에ਅਰਲਾਈਨਸ ਨੂੰ ਭੁਵਨੇਸ਼ਵਰ ਆਉਣ ਵਾਲੀਆਂ ਅਤੇ ਉੱਥੋਂ ਜਾਣ ਵਾਲੀਆਂ ਉਡਾਣਾਂ ਦੇ ਕਿਰਾਏ ਵਿੱਚ ਅਸਧਾਰਨ ਵਾਧੇ ਤੇ ਨਜ਼ਰ ਰੱਖਣ ਅਤੇ ਇਸ ਤੇ ਰੋਕ ਲਾਉਣ ਦੇ ਲਈ ਜ਼ਰੂਰੀ ਕਾਰਵਾਈ ਕਰਨ ਦੀ ਸਲਾਹ ਦਿੱਤੀ ਹੈ। ਉੜੀਸਾ ਦੇ ਬਾਲਾਸੋਰ ਵਿੱਚ ਸ਼ੁੱਕਰਵਾਰ ਰਾਤ ਨੂੰ ਹੋਏ ਭਿਆਨਕ ਰੇਲ ਹਾਦਸੇ ਵਿੱਚ ਘੱਟੋ-ਘੱਟ 288 ਲੋਕਾਂ ਦੀ ਮੌਤ ਹੋਈ ਅਤੇ 1100 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ।